ਹੈਲੋ ਟੂ एवरीवन। ਅੱਜ ਆਪਾਂ ਲਾਸਟ ਲੈਕਚਰ ਲਵਾਂਗੇ ਯੂਨਿਟ 4 ਦੇ ਚੈਪਟਰ 2 ਦਾ। ਠੀਕ ਹੈ, ਇਸ ਦੇ ਨਾਲ ਹੀ ਸਾਡਾ ਅੱਜ ਯੂਨਿਟ 4 ਕੰਪਲੀਟ ਹੋ ਜਾਏਗਾ। ਉਸ ਤੋਂ ਬਾਅਦ ਆਪਾਂ ਕੁਝ ਨੂਮੈਰੀਕਲਸ ਵਗੈਰਾ ਦੀ ਡਿਸਕਸ਼ਨ ਕਰਨੀ ਹੋਏਗੀ, ਉਹ ਬਾਅਦ ਵਿੱਚ ਕਰਾਂਗੇ। ਠੀਕ ਹੈ, ਤਾਂ ਆਪਾਂ ਕੰਟੀਨਿਊ ਕਰਦੇ ਹਾਂ ਅੱਜ ਯੂਨਿਟ 4 ਚੈਪਟਰ 2 ਨੂੰ। ਟੌਪਿਕ ਕਿਹੜਾ ਹੈ ਅੱਜ ਟੌਪਿਕ ਆਪਣੇ ਕੋਲ ਆਉਂਦਾ ਟਰਾਂਸਫਾਰਮਰਸ। ਠੀਕ, ਟਰਾਂਸਫਾਰਮਰਸ ਬੇਟਾ ਇਹ ਉਹੀ ਟਰਾਂਸਫਾਰਮਰਸ ਨੇ ਜਿਹੜੇ ਤੁਸੀਂ ਆਪਦੇ ਘਰਾਂ ਦੇ ਮਤਲਬ ਥੋੜ੍ਹਾ ਜਿਹਾ ਡਿਸਟੈਂਸ 'ਤੇ ਜਾ ਕੇ ਦੇਖਦੇ ਹੈਗੇ ਹੋਗੇ, ਤੁਸੀਂ ਸੜਕਾਂ 'ਤੇ ਦੇਖੇ ਹੋਣਗੇ ਟਰਾਂਸਫਾਰਮਰਸ ਐਕਚੁਅਲੀ ਡਿਵਾਈਸ ਹੁੰਦੇ ਹੈ ਜਿਹੜੇ ਕਨਵਰਟ ਕਰਦੇ ਨੇ ਜਾਂ ਹਾਈ ਵੋਲਟੇਜ ਏਸੀ ਨੂੰ ਟੂ ਲੋ ਵੋਲਟੇਜ ਜਾਂ ਫਿਰ ਲੋ ਵੋਲਟੇਜ ਏਸੀ ਨੂੰ ਹਾਈ ਵੋਲਟੇਜ, ਜਿਵੇਂ ਵੀ ਤੁਸੀਂ ਚਾਹੋ ਡਿਪੈਂਡਿੰਗ ਅਪੋਨ ਉਹਦੀ ਕੰਸਟਰਕਸ਼ਨ। ਠੀਕ ਹੈ, ਪਰ ਇਹ ਕੰਮ ਸਿਰਫ ਏਸੀ ਨਾਲ ਹੀ ਕਰੇਗਾ, ਮਤਲਬ ਆਲਟਰਨੇਟਿੰਗ ਕਰੰਟ ਦੇ ਨਾਲ ਹੀ ਕਰੇਗਾ। ਠੀਕ ਹੈ ਜੀ, ਇਹ ਡਿਪੈਂਡ ਜਿਹੜੇ ਇਹ ਪ੍ਰਿੰਸੀਪਲ ਜਿਸ ਪ੍ਰਿੰਸੀਪਲ ਦੇ ਉੱਪਰ ਇਹ ਬੇਸਡ ਹੁੰਦੇ ਆ, ਮਤਲਬ ਬਣਾਏ ਜਾਂਦੇ ਆ, ਦੈਟ ਇਜ਼ ਮਿਊਚੁਅਲ ਇੰਡਕਸ਼ਨ। ਜਦੋਂ ਬੇਟਾ ਤੁਸੀਂ ਇਹ ਬਹੁਤ ਇੰਪੋਰਟੈਂਟ ਟੌਪਿਕ ਹੁੰਦਾ ਐਜ਼ ਇਟ ਇਜ਼ 5 ਮਾਰਕਸ ਦੇ ਕੁਐਸਚਨਸ 4 ਮਾਰਕਸ ਦੇ ਕੁਐਸਚਨ ਵਿੱਚ ਵੀ ਆ ਜਾਂਦਾ ਕਿ ਟਰਾਂਸਫਾਰਮਰਸ ਨੂੰ ਐਕਸਪਲੇਨ ਕਰੋ, ਤਾਂ ਤੁਸੀਂ ਪਹਿਲਾਂ ਦੱਸਣਾ ਹੁੰਦਾ ਕਿ ਇਹ ਕੀ ਹੁੰਦਾ, ਫਿਰ ਇਹਦਾ ਪ੍ਰਿੰਸੀਪਲ ਕੀ ਹੁੰਦਾ, ਫਿਰ ਇਹਦੀ ਡਾਇਗਰਾਮ ਬਣਾਉਣੀ ਹੁੰਦੀ ਹੈ। ਠੀਕ ਹੈ, ਡਾਇਗਰਾਮ ਵਿੱਚ ਕੀ ਹੋ ਰਿਹਾ, ਆ ਅਸੀਂ ਇੱਕ ਕੋਰ ਲੈ ਰਹੇ ਹਾਂ। ਠੀਕ ਹੈ, ਇੱਧਰ ਵਾਲੀ ਸਾਈਡ ਅਸੀਂ ਕੋਇਲ ਨੂੰ ਵਾਈਂਡ ਕੀਤਾ, ਏਸੀ ਸਪਲਾਈ ਲਗਾਈ। ਦੂਸਰੀ ਸਾਈਡ ਆਪਾਂ ਕੋਇਲ ਵਾਈਂਡ ਕੀਤੀ, ਉੱਥੇ ਅਸੀਂ ਇਸ ਜਿਹੜੀ ਵੀ ਸਪਲਾਈ ਆਏਗੀ ਉਸਨੂੰ ਕੰਸੀਡਰ ਕਰਾਂਗੇ, ਮਤਲਬ ਕਿ ਉਹ ਆਊਟਪੁੱਟ ਹੋਏਗਾ। ਠੀਕ ਹੈ, ਹੁਣ ਕੀ ਹੋ ਰਿਹਾ ਹੈਗਾ ਇਹਨਾਂ ਸਪਲਾਈਜ਼ ਦੇ ਵਿੱਚ, ਅੱਗੇ ਅਸੀਂ ਥਿਊਰੀ ਲਿਖਣੀ ਸਟਾਰਟ ਕਰਨੀ ਹੈ। ਠੀਕ ਹੈ, ਹੁੰਦਾ ਕੀ ਹੈ ਬੇਟਾ, ਹੈ ਨਾ, ਜਿਹੜੀਆਂ ਇੱਕ ਸਾਈਡ ਵਾਲੀ ਕੋਇਲ ਹੁੰਦੀ ਹੈ ਇਸ ਨੂੰ ਅਸੀਂ ਕੀ ਕਹਿੰਦੇ ਹੈਗੇ ਪ੍ਰਾਇਮਰੀ ਕੋਇਲ, ਇਸ ਨੂੰ ਅਸੀਂ ਸੈਕੰਡਰੀ ਕੋਇਲ ਕਹਿੰਦੇ ਹਾਂ। ਠੀਕ ਹੈ, ਹੁਣ ਇਹਨਾਂ ਕੋਇਲਸ ਦੇ ਕਿੰਨਾ ਇਹਨਾਂ ਵਿੱਚ ਕਿੰਨੇ ਨੰਬਰ ਆਫ ਕੋਇਲਸ ਦੇ ਰਾਊਂਡਸ ਨੇ, ਉਸ ਦੇ ਉੱਪਰ ਬਹੁਤ ਕੁਝ ਡਿਪੈਂਡ ਕਰੇਗਾ। ਠੀਕ ਹੈ, ਤਾਂ ਆਪਾਂ ਪਹਿਲਾਂ ਥਿਊਰੀ ਸਟਾਰਟ ਕਰਦੇ ਹਾਂ। ਕੀ ਹੁੰਦਾ, ਮੈਗਨੈਟਿਕ ਫਲਕਸ ਐਸੋਸੀਏਟਡ ਵਿਦ ਈਚ ਟਰਨ ਆਫ ਦੀ ਸੈਕੰਡਰੀ ਕੋਇਲ ਇਜ਼ ਦੀ ਸੇਮ ਐਜ਼ ਦੀ ਮੈਗਨੈਟਿਕ ਫਲਕਸ ਐਸੋਸੀਏਟਡ ਵਿਦ ਈਚ ਟਰਨ ਆਫ ਪ੍ਰਾਇਮਰੀ ਕੋਇਲ। ਠੀਕ ਹੈ, ਹੁਣ ਜਿਹੜੀ ਇਹ ਮੈਗਨੈਟਿਕ ਫਲਕਸ ਹੈ ਇਹ ਕਿੱਥੋਂ ਆ ਰਹੀ ਹੈ ਸਾਡੇ ਕੋਲੇ, ਇਹ ਸਾਡੇ ਕੋਲੇ ਏਸੀ ਸਪਲਾਈ ਆ ਰਹੀ ਹੈ, ਇਸੇ ਕਰਕੇ ਮੈਗਨੈਟਿਕ ਫਲਕਸ ਆ ਰਹੀ ਹੈ। ਠੀਕ ਹੈ, ਏਸੀ ਸਪਲਾਈ ਦੇ ਕਰਕੇ ਕੀ ਹੋ ਰਿਹਾ, ਤੁਹਾਡੀ d∅dt ਹੋ ਰਹੀ ਹੈ, ਮਤਲਬ ਤੁਹਾਡੀ ਫਲਕਸ ਲਾਈਨਸ ਜਿਹੜੀਆਂ ਨੇ ਉਹ ਚੇਂਜ ਹੋ ਰਹੀ ਹੈ। ਕਿਉਂਕਿ ਤੁਹਾਡੀ ਫਲਕਸ ਚੇਂਜ ਹੋ ਰਹੀ ਹੈ ਉਸੇ ਕਰਕੇ ਤੁਹਾਡੀ ਇੰਡਿਊਸਡ EMF ਹੋਏਗੀ। ਕਿਉਂਕਿ ਤੁਸੀਂ ਇਸ ਡਾਇਗਰਾਮ ਵਿੱਚ ਦੇਖ ਸਕਦੇ ਹੋ, ਇਹਦੇ ਅੰਦਰ ਕੀ ਹੈ, ਕੁਛ ਨਹੀਂ ਹੈ। ਠੀਕ ਹੈ, ਤਾਂ ਮਿਊਚੁਅਲ ਇੰਡਕਸ਼ਨ ਹੋ ਰਹੀ ਹੈ। ਮਿਊਚੁਅਲ ਇੰਡਕਸ਼ਨ ਦੇ ਕੇਸ ਵਿੱਚ ਕੀ ਹੁੰਦਾ, ਇੱਕ ਕੋਇਲ ਤੋਂ ਦੂਸਰੀ ਕੋਇਲ ਵਿੱਚ ਕਰੰਟ ਦਾ ਪਾਸ ਕਰਾਉਣਾ ਹੁੰਦਾ। ਠੀਕ ਹੈ, ਹੁਣ ਜੇ ਸਟੈਪ ਡਾਊਨ ਜਾਂ ਸਟੈਪ ਅਪ ਕਰਨਾ ਹੈ, ਮਤਲਬ ਕਿ ਕਰੰਟ ਨੂੰ ਵਧਾਉਣਾ ਹੈ, ਵੋਲਟੇਜ ਨੂੰ ਵਧਾਉਣਾ ਹੈ, ਵੋਲਟੇਜ ਨੂੰ ਘਟਾਉਣਾ ਹੈ, ਉਹ ਡਿਪੈਂਡ ਕਰੇਗਾ ਕਿ ਤੁਹਾਡੀਆਂ ਕੋਇਲਸ ਦੇ ਟਰਨਸ ਜਿਹੜੇ ਹੈ ਇਹ ਕਿੰਨੇ ਨੇ। ਠੀਕ, ਹੁਣ ਅਸੀਂ ਸਟਾਰਟ ਕਰਦੇ ਹਾਂ ਕਿ ਜਿਹੜਾ ਜੇ ਅਸੀਂ ਇਕੱਲੇ ਪ੍ਰਾਇਮਰੀ ਕੋਇਲ ਦੀ ਗੱਲ ਕਰੀਏ, ਠੀਕ ਹੈ, ਤਾਂ ਜਿਹੜੀ ਸਾਡੀ ਇੰਡਿਊਸਡ EMF ਹੋਏਗੀ ਉਹ ਇਸ ਤਰੀਕੇ ਨਾਲ ਇਸ ਫਾਰਮੂਲੇ ਨਾਲ ਦਿੱਤੀ ਜਾਏਗੀ। ਬਟ ਇਹ d∅ ਹੈ, d∅dt, ਨੰਬਰ ਆਫ ਟਰਨਸ ਇਨ ਪ੍ਰਾਇਮਰੀ ਕੋਇਲ d∅dt। ਸੈਕੰਡਰੀ ਵਿੱਚ ਵੀ ਉਸੇ ਤਰੀਕੇ ਨਾਲ ਆ ਜਾਏਗਾ। ਠੀਕ ਹੈ, ਹੁਣ d∅dt ਜਿਹੜਾ ਹੈ ਦੋਨਾਂ ਵਿੱਚ ਸੇਮ ਹੋਏਗਾ। ਕਿਉਂਕਿ ਹੈ ਨਾ ਉਹੀ ਤਾਂ ਕਰੰਟ ਹੈ, ਤਾਂ ਹੀ ਤਾਂ ਜਿਹੜੀ ਹੈ ਮਿਊਚੁਅਲ ਇੰਡਕਸ਼ਨ ਹੋ ਰਹੀ ਹੈ। ਠੀਕ ਹੈ, ਤਾਂ ਦੋਨਾਂ ਇਕੁਏਸ਼ਨਸ ਨੂੰ ਜਦੋਂ ਅਸੀਂ ਡਿਵਾਈਡ ਕੀਤਾ ਤਾਂ ES/EP ਇਜ਼ ਇਕੁਅਲ ਟੂ ਨੰਬਰ ਆਫ ਟਰਨਸ ਇਨ ਸੈਕੰਡਰੀ ਕੋਇਲ ਡਿਵਾਈਡਡ ਬਾਈ ਨੰਬਰ ਆਫ ਟਰਨਸ ਇਨ ਪ੍ਰਾਇਮਰੀ ਕੋਇਲ। ਠੀਕ ਹੈ, ਤਾਂ ਹੁਣ ਜੇ ਅਸੀਂ ਸਟੈਪ ਅਪ ਟਰਾਂਸਫਾਰਮਰ ਬਣਾਉਣਾ ਚਾਹੁੰਦੇ ਹਾਂ, ਸਟੈਪ ਅਪ ਟਰਾਂਸਫਾਰਮਰ ਦਾ ਮਤਲਬ ਹੈ ਕਿ ਐਂਡ ਰਿਜ਼ਲਟ ਵਿੱਚ ਜਿਹੜੀ ਹੈ ਵੋਲਟੇਜ ਜਿਹੜੀ ਹੈ ਉਹ ਵੱਧ ਗਈ, ਅਪ ਕੀਤਾ ਆਪਾਂ, ਵਧਾ ਲਈ, ਤਾਂ ਉਸ ਕੇਸ 'ਚ ਕੀ ਹੋਣਾ ਚਾਹੀਦਾ, ਸੈਕੰਡਰੀ ਕੋਇਲਸ ਜ਼ਿਆਦਾ ਹੋਣੀਆਂ ਚਾਹੀਦੀਆਂ ਪ੍ਰਾਇਮਰੀ ਨਾਲੋਂ। ਠੀਕ ਹੈ, ਜਿਹੜੀ ਵਾਲੀ ਸਾਈਡ ਵੀ ਆਪਾਂ ਵਧਾਉਣਾ ਚਾਹੁੰਦੇ ਹਾਂ ਉੱਧਰ ਹੀ ਨੰਬਰ ਆਫ ਟਰਨਸ ਜਿਹੜੇ ਆ ਉਹ ਜ਼ਿਆਦਾ ਹੋਣਗੇ। ਯਾਦ ਰੱਖਣ ਦਾ ਤਰੀਕਾ, ਜਿਹੜੀ ਸਾਈਡ ਨੰਬਰ ਆਫ ਟਰਨਸ ਜ਼ਿਆਦਾ ਨੇ ਉਸੇ ਸਾਈਡ ਜਿਹੜੀ ਹੈ ਤੁਹਾਡੀ ਇਲੈਕਟ੍ਰਿਕ ਫੀਲਡ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਜੇ ਅਸੀਂ ਸਟੈਪ ਅਪ ਕਰਨਾ ਚਾਹੁੰਦੇ ਹਾਂ ਤਾਂ ਸੈਕੰਡਰੀ ਵਿੱਚ ਜ਼ਿਆਦਾ ਹੋਣੇ ਚਾਹੀਦੇ ਨੰਬਰ ਆਫ ਟਰਨਸ, ਜੇ ਆਪਾਂ ਸਟੈਪ ਡਾਊਨ ਕਰਨਾ ਚਾਹੁੰਦੇ ਹਾਂ ਤਾਂ ਸੈਕੰਡਰੀ ਵਿੱਚ ਘੱਟ ਹੋਣੇ ਚਾਹੀਦੇ ਆ ਨੰਬਰ ਆਫ ਟਰਨਸ। ਠੀਕ, ਇਹਨੂੰ ਯਾਦ ਕਰਨ ਦਾ ਤਰੀਕਾ ਹੈ। ਜਿਹੜੀ NS/NP ਹੈ ਇਸਨੂੰ ਅਸੀਂ ਟਰਾਂਸਫੋਰਮੇਸ਼ਨ ਰੇਸ਼ੀਓ ਕਹਿੰਦੇ ਹਾਂ। ਬੇਟਾ ਇਹ ਵਰਡ ਕਿਉਂ ਯਾਦ ਰੱਖਣਾ ਹੈ, ਕਿਉਂਕਿ ਤੁਹਾਡੇ ਨੂਮੈਰੀਕਲ ਵਿੱਚ ਆ ਜਾਂਦਾ ਹੈ, ਸਿੱਧਾ ਲਿਖਿਆ ਹੋਇਆ ਟਰਾਂਸਫੋਰਮੇਸ਼ਨ ਰੇਸ਼ੀਓ ਇਜ਼ ਦਿਸ, ਤਾਂ ਉਹ ਕੀ ਹੈ, ਤੁਹਾਡੀ ਵੈਲਿਊ ਹੈ NS/NP ਦੀ। ਹੁਣ ਅਸੀਂ ਇਨਪੁਟ ਪਾਵਰ ਦੀ ਗੱਲ ਕਰੀਏ ਤਾਂ ਪਾਵਰ ਦਾ ਫਾਰਮੂਲਾ ਕੀ ਹੁੰਦਾ ਹੈ, ਪਾਵਰ ਇਜ਼ ਇਕੁਅਲ ਟੂ ਵੋਲਟੇਜ ਇਨਟੂ ਕਰੰਟ। ਠੀਕ ਹੈ, ਤਾਂ ਇੱਥੇ ਵੋਲਟੇਜ ਕੀ ਹੈ, E,
करंट की है आए प्राइमरी विच है तो वो इनपुट हो रहा है, सैकेंडरी विच है तो वो आउटपुट है। ठीक, तो साड़ियाँ पावर्स आ गई इनपुट पावर एंड आउटपुट पावर। ठीक है, अज्यूम करते हैं असी ये हुंदा नहीं है क्योंकि लॉसिस जरूर होंगे हर चीज़ में, रजिस्टेंस होंगी है हर सर्किट में, ਤਾਂ करके लॉस जरूर होंगे कुछ ना कुछ एनर्जी का। जे असी अज्यूम करते हैं कि कोई एनर्जी लॉस नहीं होया तो साडा इनपुट पावर तो आउटपुट पावर की होएगा इक्वल हो जाएगा। ठीक है, तो ई एस आई एस इज इक्वल टू ई पी आई पी। तो हुण जे असी स्टैप डाउन ट्रांसफॉर्मर की गल कर रहे हैं तो ई एस जिहड़ा सीगा वो घट सीगा ई पी नालों, तो इस इक्वेशन तो ई एस आई एस इज इक्वल टू ई पी आई पी तो साडे कोले जिहड़ी है ई दी वैल्यू जिहड़ी है इलैक्ट्रिक फील्ड की वैल्यू वो इनवर्सली प्रोपोर्शनल आ रही है करंट दे। ठीक, उसे तरीके नाल जे असी स्टैप डाउन ट्रांसफॉर्मर की गल करते हैं जिथे ई एस इज़ लैस दैन ई पी तो आई एस इत्थे की होएगा ग्रेटर होएगा आई पी दे। मतलब जिथे ई एम एफ घट होएगी उत्थे करंट ज़्यादा होएगा। ठीक है, तो वाइस वर्सा ओबवियसली जे जिथे ई एम एफ ज़्यादा होएगी उत्थे करंट घट होएगा, जिथे ई एम एफ घट होएगी उत्थे करंट ज़्यादा होएगा। ठीक है, तो इस इन्हां रिलेशनस तो असी देख सकते हैं कि असी वोल्टेज बढ़ानी है कि करंट बढ़ाना है, वो आप अपने आउटपुट के उपर असी वो सर्किट नूं कित्थे लगाना है उस तरीके नाल असी ट्रांसफॉर्मर्स लगा सकते हैं। छोटे ट्रांसफॉर्मर्स भी होंगे, वड्डे ट्रांसफॉर्मर्स भी होंगे। ठीक है, हुण इन्हां ट्रांसफॉर्मर्स के कुछ लॉसिस होंगे हैं जिहड़े एनर्जी लॉसिस की आपां गल कर रहे थे। आप केस कर रहे हैं कि जो साडे कोल लॉसिस ही नहीं है। ठीक है, आइडियल केस सिनैरियो वो तो हुंदा नहीं है, तो कुछ लॉसिस जिहड़े हैं ट्रांसफॉर्मर एक्सपीरियंस करता है। सब तो पहला कि होंगे कॉपर लॉसिस। ठीक है, कॉपर लॉसिस मतलब जिहड़ी वायर दे करके रजिस्टेंस आती है। हुण आह कॉइल्स लगे हुए हैं, ठीक है, इन्हां दी आपदी भी कुछ रजिस्टेंस होंदी है। ज़्यादातर ये कॉइल्स जिहड़ियां कॉपर दियां होंदियां, तो कॉपर दे विच भी आपदा रजिस्टेंस हुंदा है। ठीक है, हुण उस रजिस्टेंस करके कुछ लॉसिस आ जाते हैं। ठीक है, वो किस फॉर्म में होंगे हैं, हीट की फॉर्म च होंगे। ठीक है, नैक्सट आते हैं साडे एडी करंट्स। एडी करंट्स की होंगे हैं when AC is passed through the coils। ठीक है, मैगनेटिक फ्लक्स लिंक्ड विद द coils changes। पता ही है सानू AC फ्लो करेगी तो मैगनेटिक फ्लक्स चेंज होएगा। ठीक है, दिस प्रोड्यूसेस एडी करंट्स इन दी कोर। की होएगा उहदे अंदर जिहड़ी कोर होएगी ना उहदे अंदर करंट दी फॉर्म विच ना सर्कुलर 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 करंट्स प्रोड्यूस होण लग जाणगे। ठीक है, जिहड़े कि रिड्यूस किए जा सकते हैं बाय यूजिंग लैमीनेटिंग कोर्स। ठीक है, जे असी कोर नूं जिहड़ा आह बाहर एक एवें करके स्क्वायर जिहा बनाया हुआ सीगा ये कोर है। ठीक है, जे असी ये कोर नूं लैमीनेट कर दिंदे हैगे आ, ठीक है, तो ये एडी करंट्स जिहड़े आ वो रिड्यूस हो जाणगे। नहीं तो ये अंदर इत्थे इत्थे ना करंट्स प्रोड्यूस होण लग जांदे हैगे सर्कुलर सर्कुलर, जिहड़े कि लॉस की फॉर्म विच आंदे आ। उन्हां दा कोई यूज़ नहीं कर पाते असी, इस करके असी की करते हैं कि कोर नूं लैमीनेट करते हैं। ठीक है, तो एक पूरा का पूरा एक सिंगल कोर यूज़ करन दी थां ते असी मल्टीपल कोर्स यूज़ करते हैं या नंबर ऑफ शीट्स यूज़ करते हैं। ठीक है, एक शीट लगा ली, ये उपर ही एक होर शीट लगा ली, ये उपर ही तीसरी लगा ली, चौथी लगा ली, एवें करके मोटी जिहियां कोर बनाने की जगह ते शीट्स दे नाल कोर बनाने हैं। ਇਹਦੇ ਨਾਲ ਕੀ ਹੁੰਦਾ ਸਾਡੇ ਐਡੀ ਕਰੰਟਸ ਰਿਡਿਊਸ ਹੋ ਜਾਂਦੇ ਆ। ਐਡੀ ਕਰੰਟਸ ਰਿਡਿਊਸ ਹੋ ਜਾਣਗੇ ਤਾਂ ਸਾਡੇ ਲੌਸਸ ਵੀ ਘਟ ਜਾਣਗੇ। ਤੀਸਰਾ ਲੌਸ ਆਉਂਦਾ ਹੈਗਾ ਫਲਕਸ ਲੌਸਸ। ਫਲਕਸ ਲੌਸਸ ਵਿੱਚ ਕੀ ਹੁੰਦਾ ਹੈ ਮੈਗਨੈਟਿਕ ਫਲਕਸ ਤਾਂ ਆਏਗੀ ਹੀ ਆਏਗੀ ਸੈਕੰਡਰੀ ਕੋਇਲ ਵਿੱਚ। ਠੀਕ ਹੈ, ਪ੍ਰਾਇਮਰੀ ਕੋਇਲ ਤੋਂ ਸੈਕੰਡਰੀ ਕੋਇਲ ਵਿੱਚ ਫਲਕਸ ਆਏਗੀ, ਪਰ ਇਹ ਪੂਰਾ ਦਾ ਪੂਰਾ ਜਿਹੜੀ ਮੈਗਨੈਟਿਕ ਫਲਕਸ ਜਿਹੜੀ ਲਿੰਕ ਹੁੰਦੀ ਹੈਗੀ ਉਹ ਪੂਰੀ ਦੀ ਪੂਰੀ ਐਨਰਜੀ ਅੱਗੇ ਟਰਾਂਸਫਰ ਨਹੀਂ ਕਰ ਸਕਦੀ ਹੈਗੀ, ਵਿੱਚ ਡਿਸਟੈਂਸ ਵੀ ਹੈ ਤੇ ਕੁਝ ਲੌਸਸ ਵੀ ਹੋ ਜਾਂਦੇ ਆ, ਉਹ ਫਲਕਸ ਲੌਸਸ ਹੁੰਦੇ ਆ। ਠੀਕ ਹੈ, ਕੁਛ ਨਾ ਕੁਛ ਫਲਕਸ ਜਿਹੜਾ ਹੈ ਉਹ ਜ਼ਰੂਰੀ ਨਹੀਂ ਹੈ ਕਿ ਸੈਕੰਡਰੀ ਕੋਇਲ ਵਿੱਚੋਂ ਚਲਾ ਹੀ ਗਿਆ, ਬਾਹਰ ਵੀ ਰਹਿ ਸਕਦਾ ਹੈ। ਠੀਕ ਹੈ, ਉਸ ਦੇ ਕਰਕੇ ਫਲਕਸ ਲੌਸਸ ਹੁੰਦੇ ਹੈਗੇ। ਲਿੰਕਡ ਵਿਦ ਸੈਕੰਡਰੀ ਕੋਇਲ ਡਿਊ ਟੂ ਦ ਕਰੰਟ ਇਨ ਦ ਪ੍ਰਾਇਮਰੀ ਕੋਇਲ ਇਜ਼ ਨੈਵਰ ਕੰਪਲੀਟ। ਠੀਕ ਹੈ, ਪੂਰਾ ਦਾ ਪੂਰਾ ਫਲਕਸ ਜੇ ਕਿਸੇ ਇੱਕ ਕੋਇਲ ਵਿੱਚੋਂ ਆ ਰਿਹਾ ਹੈ ਤਾਂ ਕੁਛ ਨਾ ਕੁਛ ਜਿਹੜੀਆਂ ਮੈਗਨੈਟਿਕ ਫਲਕਸ ਲਾਈਨਸ ਜਿਹੜੀਆਂ ਹੋਣਗੀਆਂ, ਮੈਗਨੈਟਿਕ ਫੀਲਡ ਲਾਈਨਸ ਜਿਹੜੀਆਂ ਹੋਣਗੀਆਂ ਉਹ ਦੂਸਰੀ ਕੋਇਲ ਵਿੱਚੋਂ ਨਹੀਂ ਲੰਘ ਪਾਉਣਗੀਆਂ। ਜਿਹੜੀ ਆਹ ਕੋਇਲ ਹੈ ਮੰਨ ਲਓ, ਠੀਕ ਹੈ, ਆਹ ਵਾਲੀਆਂ ਫਲਕਸ ਲਾਈਨਸ ਇਹਦੇ ਵਿੱਚੋਂ ਲੰਘ ਗਈਆਂ, ਪਰ ਜਿਹੜੀਆਂ ਹੁਣ ਰਹਿ ਗਈਆਂ, ਠੀਕ ਹੈ, ਆਹ ਫਲਕਸ ਜਿਹੜੀ ਹੈ ਇਹ ਰਹਿ ਗਈ, ਇਹ ਤਾਂ ਲੂਜ਼ ਕਰ ਗਏ ਅਸੀਂ। ਠੀਕ ਹੈ, ਤੇ ਇਹ ਹੋਏਗੀ ਹੀ ਹੋਏਗੀ, ਤਾਂ ਉਹ ਸਾਡੇ ਫਲਕਸ ਲੌਸਸ ਵੀ ਟਰਾਂਸਫਾਰਮਰ ਵਿੱਚ ਐਕਸਪੀਰੀਅੰਸ ਕੀਤੇ ਜਾਂਦੇ ਆ।
ਨੈਕਸਟ ਆਉਂਦਾ ਸਾਡਾ ਹਿਸਟੈਰਿਸਿਸ ਲੋਸ। ਬੇਟਾ ਹਿਸਟੈਰਿਸਿਸ ਲੂਪ ਤਾਂ ਤੁਸੀਂ ਕੀਤੀ ਹੀ ਹੈ। ਜਦੋਂ ਅਸੀਂ AC ਸਪਲਾਈ ਕਰਦੇ ਹੈਗੇ ਤਾਂ ਇਹਦੇ ਵਿੱਚ ਸੌਫਟ ਆਇਰਨ ਕੋਰ ਲਗਾਇਆ ਹੋਇਆ। ਆਇਰਨ ਕੋਰ ਦੇ ਵਿੱਚ ਜਦੋਂ ਆਪਾਂ ਹਿਸਟੈਰਿਸਿਸ ਲੂਪ ਪੜ੍ਹੀ ਸੀਗੀ ਤਾਂ ਸਾਡੀ ਕੀ ਹੋ ਰਿਹਾ ਸੀਗਾ, ਮੈਗਨੇਟਾਈਜੇਸ਼ਨ ਐਂਡ ਡੀਮੈਗਨੇਟਾਈਜੇਸ਼ਨ ਹੋ ਰਹੀ ਸੀਗੀ। ਮੈਗਨੇਟਾਈਜੇਸ਼ਨ ਐਂਡ ਡੀਮੈਗਨੇਟਾਈਜੇਸ਼ਨ ਹੋਣ ਦੇ ਚੱਕਰ ਵਿੱਚ ਸਾਡੇ ਕੋਲ ਇੱਕ ਲੂਪ ਆ ਜਾਂਦਾ ਹੈ। ਉਸ ਲੂਪ ਨੂੰ ਅਸੀਂ ਕੀ ਕਹਿੰਦੇ ਹਾਂ, ਹਿਸਟੈਰਿਸਿਸ ਲੂਪ। ਪਲੀਜ਼ ਜੇ ਕਿਸੇ ਨੂੰ ਉਹ ਲੈਕਚਰ ਨਹੀਂ ਸੁਣਿਆ ਹੈਗਾ ਗਾ, ਉਹ ਲੈਕਚਰ ਜ਼ਰੂਰ ਸੁਣ ਲਓ ਹਿਸਟੈਰਿਸਿਸ ਲੂਪ ਦੇ ਉੱਪਰ, ਠੀਕ ਹੈ। ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਵੇਂ ਕਰਕੇ ਇੱਕ ਲੂਪ ਬਣਦਾ ਹੈਗਾ ਗਾ, ਠੀਕ ਹੈ। ਅਤੇ ਇਹਦਾ ਏਰੀਆ ਜਿਹੜਾ ਹੈ ਅੰਦਰ ਏਰੀਆ ਹੁੰਦਾ, ਇਹ ਸਾਡੇ ਲੋਸਿਸ ਹੁੰਦੇ ਆ, ਠੀਕ ਹੈ। ਅਤੇ ਇਹ ਵੀ ਆਉਂਦਾ ਹੀ ਹੈ, ਹਿਸਟੈਰਿਸਿਸ ਲੋਸਿਸ ਵੀ ਟਰਾਂਸਫਾਰਮਰ ਦੇ ਵਿੱਚ ਹੁੰਦੇ ਆ, ਕਿਉਂਕਿ ਅਸੀਂ ਸੌਫਟ ਆਇਰਨ ਕੋਰ ਯੂਜ਼ ਕਰ ਰਹੇ ਹਾਂ। ਜਿਹੜਾ ਕੋਰ ਯੂਜ਼ ਕਰ ਰਹੇ ਹਾਂ ਅਸੀਂ, ਐਵੇਂ ਕਰਕੇ ਅਸੀਂ ਸਾਰੀ ਦੀ ਸਾਰੀ ਜਿਹੜੀਆਂ ਕੋਇਲਸ ਆ ਵਾਈਂਡ ਕਰ ਰਹੇ ਹਾਂ, ਉਹ ਸੌਫਟ ਆਇਰਨ ਦੇ ਉੱਪਰ ਕਰ ਰਹੇ ਹਾਂ, ਤਾਂ ਹਿਸਟੈਰਿਸਿਸ ਲੋਸਿਸ ਵੀ ਆਉਂਦੇ ਆ, ਠੀਕ ਹੈ। ਹੁਣ ਨੈਕਸਟ ਟੌਪਿਕ ਜਿਹੜਾ ਸਾਡੇ ਕੋਲ ਆਉਂਦਾ ਉਹ ਹੈ ਆਲਟਰਨੇਟਿੰਗ ਕਰੰਟ ਜਨਰੇਟਰ, ਜਿਹੜਾ ਆਪਾਂ ਯੂਜੂਲੀ ਜਨਰੇਟਰ ਦੇ ਨਾਮ ਨਾਲ ਜਾਣਦੇ ਹਾਂ। ਜਨਰੇਟਰ ਕੀ ਹੁੰਦਾ ਕਿ ਅਸੀਂ ਕੋਈ ਡਿਵਾਈਸ ਲਿਆ ਜਿਹੜਾ ਮਕੈਨੀਕਲ એનર્ਜੀ ਨੂੰ ਇਲੈਕਟ੍ਰਿਕ એનર્ਜੀ ਵਿੱਚ ਕਨਵਰਟ ਕਰ ਲੈਂਦਾ। ਮਤਲਬ ਜੇ ਤੁਹਾਡੇ ਜਿਹੜੇ ਜਨਰੇਟਰ ਵਗੈਰਾ ਤੁਸੀਂ ਦੇਖੇ ਹੋਣਗੇ ਬੇਟਾ, ਤੁਸੀਂ ਉਹਨੂੰ ਸਟਾਰਟ ਕਰਨਾ ਹੁੰਦਾ ਤਾਂ ਇੱਕ ਹੈਂਡਲ ਹੁੰਦਾ, ਉਹਨੂੰ ਘੁਮਾ ਦਿੰਦੇ ਹੈਗੇ, ਉਸ ਤੋਂ ਬਾਅਦ ਜਨਰੇਟਰ ਸਟਾਰਟ ਹੋ ਜਾਂਦਾ, ਠੀਕ ਹੈ। ਤਾਂ ਉਹ ਕੀ ਹੁੰਦਾ ਹੈਗਾ ਅੱਗੇ ਇਲੈਕਟ੍ਰੀਕਲ એનર્ਜੀ ਵਿੱਚ ਕਨਵਰਟ ਹੋ ਕੇ ਆਉਂਦੀ। ਸਾਡੀ ਮਕੈਨੀਕਲ એનર્ਜੀ ਅਸੀਂ ਲਗਾ ਦਿੱਤੀ, ਫਿਰ ਕੀ ਜਨਰੇਟਰ ਕੀ ਕਰੇਗਾ, ਇਲੈਕਟ੍ਰੀਕਲ એનર્ਜੀ ਸਾਡੇ ਘਰ ਨੂੰ ਪ੍ਰੋਵਾਈਡ ਕਰਨ ਲੱਗ ਜਾਂਦਾ, ਜਾਂ ਸਾਡੀ ਮਸ਼ੀਨਰੀ ਨੂੰ ਪ੍ਰੋਵਾਈਡ ਕਰਨ ਲੱਗ ਜਾਂਦਾ। ਉਹ ਕੀ ਹੈ, ਸਾਡਾ AC ਜਨਰੇਟਰ। ਸਾਡੇ ਘਰਾਂ ਵਿੱਚ ਵੀ AC ਸਪਲਾਈ ਹੀ ਹੁੰਦੀ ਹੈ, ਠੀਕ ਹੈ। ਇਹ ਕਿਸ ਚੀਜ਼ ਦੇ ਉੱਪਰ ਪ੍ਰਿੰਸੀਪਲ ਕਿਸ ਪ੍ਰਿੰਸੀਪਲ ਦੇ ਉੱਪਰ ਬੇਸਡ ਹੈ, ਇਟ ਇਜ਼ ਬੇਸਡ ਔਨ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਠੀਕ ਹੈ। ਜਦੋਂ ਇੱਕ ਕੋਇਲ ਰੋਟੇਟ ਕਰਦੀ ਹੈ ਤੇ ਉਹ ਪਰਪੈਂਡੀਕੂਲਰ ਹੁੰਦੀ ਹੈ ਐਕਸਿਸ ਦੇ, ਇਨ ਰੋਟੇਸ਼ਨ ਆਫ ਦੀ ਕੋਇਲ ਤੇ ਮੈਗਨੈਟਿਕ ਫੀਲਡ ਦੀ ਜਦੋਂ ਐਕਸਿਸ ਪਰਪੈਂਡੀਕੂਲਰ ਹੁੰਦੀ ਹੈ ਤਾਂ ਇੰਡਿਊਸਡ EMF ਆਉਂਦਾ ਹੈ, ਠੀਕ ਹੈ। ਉਹ ਇੰਡਿਊਸਡ EMF ਕੀ ਹੋਏਗਾ, ਸਾਡੀ ਇਲੈਕਟ੍ਰੀਕਲ એનર્ਜੀ। ਇਸ ਕੋਇਲ ਨੂੰ ਰੋਟੇਟ ਕਰਨ ਵਾਸਤੇ ਅਸੀਂ ਕੀ ਕੀਤਾ, ਮਕੈਨੀਕਲ એનર્ਜੀ ਪ੍ਰੋਵਾਈਡ ਕੀਤੀ ਹੈ, ਠੀਕ ਹੈ। ਬੇਸਿਕਲੀ ਅਸੀਂ ਇਹਦੇ ਵਿੱਚ ਕੀ ਕਰਦੇ ਹੈਗੇ ਕਿ ਜਿਹੜਾ ਬੇਸਿਕ ਸਟਰਕਚਰ ਹੁੰਦਾ ਉਹਦੇ ਵਿੱਚ ਕੀ ਹੁੰਦਾ, ਅਸੀਂ ਇੱਕ ਮੈਗਨੈਟਿਕ ਫੀਲਡ ਲੈ ਲੈਂਦੇ ਨਾਰਥ ਐਂਡ ਸਾਊਥ ਪੋਲ, ਠੀਕ ਹੈ। ਅੰਦਰ ਉਹਦੇ ਕੋਇਲ ਰੱਖ ਲੈਂਦੇ ਹੈਗੇ। ਇਸ ਕੋਇਲ ਨੂੰ ਅਸੀਂ ਘੁਮਾਉਣ ਦੀ ਕੋਸ਼ਿਸ਼ ਕਰਦੇ ਹਾਂ, ਕੋਸ਼ਿਸ਼ ਨਹੀਂ ਕਰਦੇ, ਅਸੀਂ ਘੁਮਾਉਂਦੇ ਹੀ ਹਾਂ, ਠੀਕ ਹੈ। ਕੋਇਲ ਘੁੰਮੇਗੀ ਤਾਂ ਕੀ ਹੋਏਗੀ, ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਹੋਏਗੀ, ਤਾਂ ਸਾਡੀ ਮਕੈਨੀਕਲ એનર્ਜੀ ਜਿਹੜੀ ਹੈ ਉਹ ਇੰਡਿਊਸਡ EMF ਦੀ ਫਾਰਮ ਵਿੱਚ ਕਨਵਰਟ ਹੁੰਦੀ ਜਾਏਗੀ, ਮਤਲਬ ਸਾਡੇ ਕੋਲ ਇਲੈਕਟ੍ਰਿਕ એનર્ਜੀ ਮਿਲਦੀ ਜਾਏਗੀ। ਇਹਦੀ ਕੰਸਟਰਕਸ਼ਨ ਕਿਵੇਂ, ਕਿਹੜੀ ਪਾਰਟਸ ਹੁੰਦੇ ਆ ਇਹਦੇ ਵਿੱਚ ਆਰਮੇਚਰ ਹੁੰਦਾ, ਫੀਲਡ ਮੈਗਨੈਟਿਕ ਫੀਲਡ ਹੁੰਦੀ ਹੈ। ਆਰਮੇਚਰ ਕੀ ਹੁੰਦਾ, ਸਾਡਾ ਰੈਕਟੈਂਗੂਲਰ ਕੋਇਲ ABCD, ਜਿਹੜਾ ਕਿ ਲਾਰਜ ਨੰਬਰ ਆਫ ਟਰਨਸ ਆਫ ਕਾਪਰ ਵਾਇਰ ਕੰਸਿਸਟ ਕਰਦਾ ਹੈ, ਠੀਕ ਹੈ। ਇਹਨੂੰ ਸੌਫਟ ਆਇਰਨ ਕੋਰ ਦੇ ਉੱਪਰ ਵਾਈਂਡ ਕੀਤਾ ਹੁੰਦਾ ਸਾਰੀ ਦੀ ਸਾਰੀ ਤਾਰ ਨੂੰ, ਠੀਕ ਹੈ। ਦੂਸਰੀ ਇੱਕ ਚੀਜ਼ ਕੀ ਹੈ, ਸਾਡੀ ਮੈਗਨੈਟਿਕ ਫੀਲਡ, ਠੀਕ ਹੈ। ਇਹ ਸਾਡੀ ਕੀ ਹੈ, ਸਟਰੋਂਗ ਪਰਮਾਨੈਂਟ ਮੈਗਨੇਟ ਹੁੰਦੀ ਆ। ਕਨਕੇਵ ਪੋਲਸ ਹੁੰਦੇ ਆ ਸਾਡੇ ਉਹਦੇ, ਤਾਂ ਕਿ ਸਾਡੇ ਕੋਲੇ ਕੀ ਹੋਵੇ, ਐਵੇਂ ਕਨਕੇਵ ਪੋਲਸ ਨਾਲ ਕੀ ਹੋ ਜਾਂਦਾ, ਸਾਡੇ ਕੋਲੇ ਰੇਡੀਅਲ ਮੈਗਨੈਟਿਕ ਫੀਲਡ ਆ ਜਾਂਦੀ ਹੈ। ਰੇਡੀਅਲ ਮੈਗਨੈਟਿਕ ਫੀਲਡ ਨਾਲ ਹਮੇਸ਼ਾ ਕੋਇਲ ਕੀ ਹੈ, 90 ਡਿਗਰੀਜ਼ ਦਾ ਐਂਗਲ ਬਣਾ ਰਹੀ ਹੋਏਗੀ ਫੀਲਡ ਲਾਈਨਸ ਨਾਲ, ਠੀਕ ਹੈ। 90 ਡਿਗਰੀਜ਼ ਦਾ ਐਂਗਲ ਬਣੇਗਾ ਤਾਂ ਸਾਡੇ ਕੋਲੇ ਜਿਹੜੀ ਹੈ એનર્ਜੀ ਜਿਹੜੀ ਉਹ ਮੈਕਸਿਮਮ ਰਹੇਗੀ, ਠੀਕ ਹੈ। ਫਲਕਸ ਲਾਈਨਸ ਮੈਕਸਿਮਮ ਰਹਿਣਗੀਆਂ, ਕਿਉਂਕਿ ਫਾਈ ਦੀ ਵੈਲਿਊ ਕੀ ਹੁੰਦੀ ਹੈ, B.S। ਤਾਂ ਸਾਡਾ ਜਿਹੜਾ ਇਹਦੇ ਅੰਦਰ ਕੋਇਲ ਪਈ ਹੋਏਗੀ ਉਹਦਾ ਜਿਹੜਾ ਏਰੀਆ ਹੈ, ਏਰੀਆ ਦਾ ਵੈਕਟਰ ਹੈ, ਤੇ ਜਿਹੜਾ ਮੈਗਨੈਟਿਕ ਫੀਲਡ ਦਾ ਵੈਕਟਰ ਹੈ, ਤੇ ਡਾਟ ਪ੍ਰੋਡਕਟ ਹੁੰਦਾ, ਤਾਂ ਜਿਹੜਾ ਸਾਡਾ ਫਾਈ ਜਿਹੜਾ ਹੈ ਉਹ ਹਮੇਸ਼ਾ 90 ਡਿਗਰੀਜ਼ ਜਾਂ ਪਰਪੈਂਡੀਕੂਲਰ ਰਹਿੰਦਾ, ਠੀਕ। ਹੁਣ ਨੈਕਸਟ ਹੁੰਦੀ ਹੈ ਸਾਡੇ ਕੋਲੇ ਸਲਿਪ ਰਿੰਗਸ। ਬੇਟਾ ਸਲਿਪ ਰਿੰਗਸ ਸਪੈਸ਼ਲ ਜਦੋਂ ਆਪਾਂ ਹੁਣ ਅੱਗੇ ਡਾਇਗਰਾਮ ਦੇਖਾਂਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ, ਇਹ ਕਨੈਕਟਡ ਹੁੰਦੀਆਂ ਹੈਗੀਆਂ ਸਾਡੀ ਆਰਮੇਚਰ ਨਾਲ। ABCD ਜਿਹੜਾ ਆਰਮੇਚਰ ਬਣਿਆ ਹੋਏਗਾ, ਠੀਕ ਹੈ। ਇਹਨਾਂ ਨੂੰ ਅਸੀਂ R1 ਐਂਡ R2 ਕਹਿੰਦੇ ਹਾਂ, ਠੀਕ ਹੈ। ਇਹ ਮੂਵੇਬਲ ਕੰਟੈਕਟਸ ਹੁੰਦੇ ਆ। ਜਦੋਂ ਅਸੀਂ ਜਿਹੜੀ EMF ਪ੍ਰੋਡਿਊਸ ਹੋਈ ਉਹਨੂੰ ਬਾਹਰ ਵੀ ਲੈ ਕੇ ਆਉਣਾ, ਮਤਲਬ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਊਟਪੁੱਟ ਵਿੱਚ ਲੈ ਕੇ ਆਉਣਾ, ਤਾਂ ਉਹ ਆਊਟਪੁੱਟ 'ਚ ਲੈ ਕੇ ਆਉਣ ਵੇਲੇ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਸਾਡੇ ਕੋਲ ਫਲਕਚੁਏਸ਼ਨਸ ਹੋਣ, ਐਬਰਪਟ ਫਲਕਚੁਏਸ਼ਨਸ ਹੋਣ, ਤਾਂ ਅਸੀਂ ਸਲਿਪ ਰਿੰਗਸ ਲਗਾਉਂਦੇ ਹਾਂ ਜਿਹੜੇ ਕਿ ਮੂਵੇਬਲ ਹੁੰਦੇ ਆ। ਉਹਦਾ ਰੀਜ਼ਨ ਕੀ ਹੈ ਕਿ ਇਹ ਮੂਵੇਬਲ ਕੰਟੈਕਟਸ ਹੁੰਦੇ ਹੈਗੇ ਤਾਂ ਕਿ ਸਾਡੇ ਕੋਲ EMF ਜਿਹੜੀ ਹੈ ਉਹ ਮਤਲਬ ਸਮੂਦਰ ਵੇ ਨਾਲ ਆਵੇ, ਸਾਡਾ ਕਰੰਟ ਜਿਹੜਾ ਹੈ ਸਮੂਥ ਰਵੇ, ਠੀਕ ਹੈ।
ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਹੁੰਦੇ ਆ ਬ੍ਰਸ਼ਿਸ। ਬ੍ਰਸ਼ਿਸ ਕੀ ਹੁੰਦੇ ਸਾਡੇ ਕੋਲ? ਫਲੈਕਸੀਬਲ ਮੈਟੈਲਿਕ ਪੀਸਿਸ ਹੁੰਦੇ ਆ, ਉਹਨਾਂ ਨੂੰ B1 ਐਂਡ B2 ਕਹਿੰਦੇ ਆ। ਠੀਕ ਹੈ, ਇਹ ਯੂਜ਼ ਕੀਤੇ ਜਾਂਦੇ ਆ ਤਾਂ ਕਿ ਅਸੀਂ ਕਰੰਟ ਨੂੰ ਆਰਾਮ ਨਾਲ ਪਾਸ ਕਰਵਾ ਦਈਏ ਫਰੋਮ ਐਮੇਚਰ ਟੂ ਦ ਸਲਿਪ ਤੇ ਫਿਰ ਅਕਰੋਸ ਦੀ ਐਕਸਟਰਨਲ ਲੋਡ, ਬਾਹਰ ਸਰਕਿਟ ਨਾਲ ਆਰਾਮ ਨਾਲ ਸਮੂਥਲੀ ਜਿਹੜਾ EMF ਪ੍ਰੋਡਿਊਸ ਹੋਇਆ ਉਹ ਚਲਾ ਜਾਵੇ, ਕਰੰਟ ਜਿਹੜਾ ਹੈ ਆਰਾਮ ਨਾਲ ਮੂਵ ਕਰ ਜਾਵੇ। ਠੀਕ ਹੈ, ਹੁਣ ਆਪਾਂ ਵਰਕਿੰਗ ਕਰਨੀ ਹੈ। ਵਰਕਿੰਗ ਕਿੱਥੇ ਹੋਏਗੀ? ਆਰਮੇਚਰ ਦੀ ਆਹ ਟਾਈਮਸ ਤੇ 0T/4, T/2, 3T/4 ਐਂਡ T ਤੇ। ਠੀਕ ਹੈ, ਇਹ ਹੀ ਟਾਈਮ ਕਿਉਂ ਲਏ ਬੇਟਾ? ਕਿਉਂਕਿ ਨਾ ਇੱਥੇ ਤੁਹਾਡੀ ਵੇਵ ਜਿਹੜੀ ਹੈ ਉਹ ਡਿਫਰੈਂਟ ਜਾਂ ਤਾਂ ਆਪਦੀ ਡਾਇਰੈਕਸ਼ਨ ਚੇਂਜ ਕਰ ਲੇਗੀ ਜਾਂ ਆਪਦਾ ਮੈਗਨੀਟਿਊਡ ਚੇਂਜ ਕਰ ਰਹੀ ਹੋਏਗੀ। ਠੀਕ ਹੈ, ਹੁਣ ਡਾਇਰੈਕਸ਼ਨ ਆਫ ਫਲੋ ਆਫ ਕਰੰਟ ਜਿਹੜਾ ਹੈ ਬੇਟਾ ਇਹ ਆਪਾਂ ਤੁਸੀਂ ਇੱਥੋਂ ਪੜ੍ਹ ਲੈਣਾ। ਠੀਕ ਹੈ, ਮੈਂ ਤੁਹਾਨੂੰ ਸਮਝਾ ਦਿੰਦੀ ਹੈਗੀ ਤੁਹਾਡੀ ਡਾਇਗਰਾਮ ਤੋਂ। ਹੋ ਕੀ ਰਿਹਾ ਹੈਗਾ? ਆਹ ਤੁਹਾਡੇ ਕੋਲੇ ਨਾਰਥ ਪੋਲ ਐਂਡ ਸਾਊਥ ਪੋਲ ਹੈ, ਆਹ ਤੁਹਾਡੇ ਕੋਲੇ ਐਮੇਚਰ ਹੈ ABCD। ਠੀਕ ਹੈ, ਆਹ ਤੁਹਾਡੇ ਬ੍ਰਸ਼ਿਸ ਨੇ ਤੇ ਰਿੰਗਸ ਨੇ, ਆਹ R1 ਐਂਡ R2। ਠੀਕ ਹੈ, ਆਹ ਬ੍ਰਸ਼ ਹੈ B1, ਆਹ B2 ਹੈ, E ਨਹੀਂ ਹੈ ਇਹ B2 ਹੈ। ਠੀਕ ਹੈ, ਤਾਂ ਹੁਣ ਤੁਸੀਂ ਇੱਥੋਂ ਦੀ ਇਹਨੂੰ ਘੁਮਾਇਆ। ਠੀਕ, ਘੁਮਾਇਆ ਤਾਂ ਤੁਹਾਡੀ ਆਹ ABCD ਜਿਹੜਾ ਆਰਮੇਚਰ ਹੈ ਇਹ ਘੁੰਮਣ ਲੱਗ ਗਿਆ। ਘੁੰਮਣ ਲੱਗ ਗਿਆ ਤਾਂ ਕੀ ਹੋਏਗਾ? ਤੁਹਾਡਾ ਮੈਗਨੈਟਿਕ ਫਲਕਸ ਚੇਂਜ ਹੋਣ ਲੱਗ ਗਿਆ। ਠੀਕ ਹੈ, ਕਿਉਂ? ਕਿਉਂਕਿ ਆਹ ਫੀਲਡ ਲਾਈਨ ਸੀਗੀਆਂ ਫਰੋਮ ਨਾਰਥ ਟੂ ਸਾਊਥ। ਠੀਕ, ਇਹ ਘੁੰਮੇਗਾ ਤਾਂ ਮੈਗਨੈਟਿਕ ਫਲਕਸ ਚੇਂਜ ਹੋਏਗਾ, ਮੈਗਨੈਟਿਕ ਫੀਲਡ ਲਾਈਨਸ ਡਿਫਰੈਂਟ ਹੋਣਗੀਆਂ ਬਿਕੋਜ਼ ਐਂਗਲ ਚੇਂਜ ਹੁੰਦਾ ਜਾਏਗਾ। ਠੀਕ ਹੈ, ਉਹ ਹੁੰਦਾ ਜਾਏਗਾ ਤਾਂ ਸਾਡੇ ਕੋਲੇ ਮੈਗਨੈਟਿਕ ਫਲਕਸ ਚੇਂਜ ਹੋ ਗਿਆ ਤਾਂ ਸਾਡੇ ਕੋਲੇ ਕੀ ਆਏਗਾ? EMF ਇੰਡਿਊਸ ਹੋ ਜਾਏਗਾ। ਠੀਕ ਹੈ, ਸਿੰਪਲ ਇਹੀ ਹੁੰਦਾ ਹੈਗਾ ਤੇ ਕਰੰਟ ਜਿਹੜਾ ਹੈ ਫਲੋ ਕਰਨ ਲੱਗ ਜਾਂਦਾ। ਜਿਵੇਂ ਫਲਕਸ ਚੇਂਜ ਹੋਏਗਾ ਤਾਂ ਕਰੰਟ ਵੀ ਫਲੋ ਕਰੇਗਾ। ਕਰੰਟ ਫਲੋ ਕਰੇਗਾ ਤਾਂ ਉਹ ਆਏਗਾ ਰਿੰਗਸ ਵਿੱਚ, ਰਿੰਗਸ ਤੋਂ ਬਾਅਦ ਉਹ ਜਾਏਗਾ ਬ੍ਰਸ਼ਿਸ ਵਿੱਚ, ਬ੍ਰਸ਼ਿਸ ਤੋਂ ਉਹ ਬਾਹਰ ਐਕਸਟਰਨਲ ਲੋਡ ਤੇ ਜਾਏਗਾ। ਠੀਕ ਹੈ ਜੀ, ਹੁਣ ਆਹ ਸਾਰਾ ਬੇਟਾ ਜਿਹੜਾ ਦਿੱਤਾ ਹੋਇਆ ਹੈ ਟਾਈਮ T0 ਦੇ ਉੱਪਰ। ਠੀਕ ਹੈ, AB ਅਪ ਹੈ, CD ਡਾਊਨ ਹੈ, ਉਹ ਤੁਸੀਂ ਪਹਿਲਾਂ ਵੀ ਇੱਕ ਵਾਰੀ ਗਲਵੈਨੋਮੀਟਰ ਦੇ ਕੇਸ ਵਿੱਚ ਕੀਤਾ ਹੋਇਆ, ਉਸੇ ਤਰੀਕੇ ਨਾਲ ਵਰਕ ਕਰਦਾ ਹੈ ਕਾਈਂਡ ਆਫ। ਠੀਕ ਹੈ, ਤੁਸੀਂ ਇਹਨੂੰ ਪੜ੍ਹੋਗੇ ਤਾਂ ਤੁਸੀਂ ਜਿਹੜਾ ਫਲੈਮਿੰਗਸ ਰਾਈਟ ਹੈਂਡ ਹੁੰਦਾ ਰੂਲ ਹੈਗਾ ਉਹ ਲਗਾਓਗੇ ਤਾਂ ਤੁਹਾਡੇ ਕੋਲੇ ਕਰੰਟ ਦਾ ਡਾਇਰੈਕਸ਼ਨ ਆ ਜਾਏਗੀ। ਇਹ ਸਭ ਕੁਝ ਆਸਾਨੀ ਨਾਲ ਹੋ ਜਾਂਦਾ ਹੈ। ਠੀਕ ਹੈ, ਬੇਸਿਕ ਮੈਂ ਤੁਹਾਨੂੰ ਸਮਝਾ ਦਿੱਤਾ। ਉਸ ਤੋਂ ਬਾਅਦ ਅਸੀਂ ਇਹਦੇ ਐਕਸਪ੍ਰੈਸ਼ਨਸ ਕੱਢਣੇ ਹੁੰਦੇ ਕਿਉਂਕਿ ਅਸੀਂ ਇੱਥੇ ਕੰਮ ਕਰ ਰਹੇ ਹੈਗੇ ਸਾਡੇ ਮੈਕਸਿਮਮ ਸਕੋਰ ਕਰਨ ਵਾਸਤੇ। ਐਕਸਪ੍ਰੈਸ਼ਨ ਕੀ ਹੋਏਗਾ? ਇੰਸਟੈਂਟੇਨੀਅਸ EMF ਜਿਹੜੀ ਪ੍ਰੋਡਿਊਸ ਹੋਏਗੀ ਉਹਦੇ ਵਾਸਤੇ ਐਕਸਪ੍ਰੈਸ਼ਨ ਕਿਵੇਂ ਨਿਕਲੇਗਾ? ਅਸੀਂ ਫਾਈ ਦੀ ਵੈਲਿਊ ਕੱਢਣੀ ਹੈ। ਫਾਈ = B.A। ਠੀਕ ਹੈ, ਇੱਥੇ cos of θ ਦੀ ਵੈਲਿਊ ਆ ਜਾਏਗੀ। ਥੀਟਾ ਇੱਥੇ ਕੀ ਹੈ? ω/T। ਠੀਕ ਹੈ, ਨੰਬਰ ਆਫ ਟਰਨਸ ਦੇ ਉੱਪਰ ਓਬਵੀਅਸਲੀ ਫਾਈ ਡਿਪੈਂਡ ਕਰਦਾ ਹੈ, ਪਰ ਉਹ ਨੰਬਰ ਆਫ ਟਰਨਸ ਟਾਈਮ ਨਾਲ ਤਾਂ ਡਿਪੈਂਡ ਨਹੀਂ ਕਰਦੀਆਂ ਹੈਗੀਆਂ। ਜੇ ਅਸੀਂ dφ/dt ਕੱਢਦੇ ਹਾਂ, dφ/dt ਕਿਉਂ ਕੱਢਿਆ? ਕਿਉਂਕਿ ਅਸੀਂ ਇੰਡਿਊਸਡ EMF ਦੀ ਵੈਲਿਊ ਕੱਢਣੀ ਹੈ। ਇੰਡਿਊਸਡ EMF ਦੀ ਵੈਲਿਊ ਕੱਢਣੀ ਹੈਗੀ ਤਾਂ ਉਹਦੇ ਵਾਸਤੇ ਸਾਨੂੰ ਕੀ ਚਾਹੀਦਾ? dφ/dt ਨੈਗੇਟਿਵ ਤੇ ਨਾਲ ਨੰਬਰ ਆਫ ਟਰਨਸ, ਇਹੀ ਫਾਰਮੂਲਾ ਹੁੰਦਾ। ਹੁਣ ਅਸੀਂ ਇੱਥੇ ਨੰਬਰ ਆਫ ਟਰਨਸ ਦਾ ਵਿੱਚ ਕੰਸੀਡਰ ਕਰ ਚੁੱਕੇ ਹਾਂ। dφ/dt ਜਦੋਂ ਅਸੀਂ ਲਿਆ ਤਾਂ ਸਾਡੇ ਕੋਲ EMF ਦੀ ਵੈਲਿਊ ਕੀ ਆ ਗਈ? -dφ/dt। ਤਾਂ ਨੈਗੇਟਿਵ ਕੈਂਸਲ ਹੋ ਗਿਆ। ਕਿਉਂ? ਡੈਰੀਵੇਟਿਵ ਆਫ cos ਕੀ ਹੁੰਦਾ? ਮਾਈਨਸ ਸਾਈਨ। ਠੀਕ ਹੈ, ਤਾਂ ਇੱਥੇ ਨੈਗੇਟਿਵ ਸਾਈਨ ਆਇਆ ਸੀਗਾ ਤਾਂ ਨੈਗੇਟਿਵ ਕੈਂਸਲ ਹੋ ਗਿਆ ਤਾਂ ਸਾਡੇ ਕੋਲ ਇੰਡਿਊਸਡ EMF ਕੀ ਆ ਗਿਆ? NBA sin ωt। ਠੀਕ ਹੈ, ਇਹ ਸਾਡਾ ਇੰਡਿਊਸਡ EMF ਹੈ ਜੋ ਕਿ ਸਾਡਾ ਜਨਰੇਟਰ ਨੇ ਪ੍ਰੋਡਿਊਸ ਕੀਤਾ। ਜਨਰੇਟਰ ਨੇ ਜਿੰਨੀ ਇਲੈਕਟ੍ਰਿਸਿਟੀ ਪ੍ਰੋਡਿਊਸ ਕੀਤੀ, ਕਿਉਂ ਕੀਤੀ ਪ੍ਰੋਡਿਊਸ? ਕਿਉਂਕਿ ਅਸੀਂ ਉਹਨੂੰ ਮਕੈਨੀਕਲ ਐਨਰਜੀ ਪ੍ਰੋਵਾਈਡ ਕੀਤੀ ਹੈ। ਮਕੈਨੀਕਲ ਐਨਰਜੀ ਜਿਹੜੀ ਆਪਾਂ ਨੂੰ ਸਟਾਰਟ ਕਰਨ ਵੇਲੇ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਜਿਹੜਾ ਸਾਡਾ ਡੀਜ਼ਲ ਵਗੈਰਾ ਜਾਂ ਫਿਊਲ ਉਹਨੂੰ ਘੁਮਾਉਣ ਵਿੱਚ ਲਗਾਉਂਦਾ, ਉਹ ਮਕੈਨੀਕਲ ਐਨਰਜੀ ਹੈ ਅਤੇ ਉਹ ਕਨਵਰਟ ਕਾਹਦੇ ਵਿੱਚ ਹੋ ਜਾਂਦੀ ਹੈ? ਕਰੰਟ ਦੀ ਫਾਰਮ ਵਿੱਚ ਕਨਵਰਟ ਹੋ ਜਾਂਦੀ ਹੈ। ਕਿਉਂ? ਕਿਉਂਕਿ EMF ਪ੍ਰੋਡਿਊਸ ਹੋਇਆ ਹੈ, ਇੰਡਿਊਸਡ EMF ਆਇਆ ਹੈ। ਠੀਕ ਹੈ, that is it for today's lecture। ਆਪਦੇ ਸਾਰੇ ਡਾਊਟਸ ਪਲੀਜ਼ ਕਮੈਂਟ ਸੈਕਸ਼ਨ ਵਿੱਚ ਲਿਖ ਦਿਓ ਤਾਂ ਕਿ ਅਸੀਂ ਉਹਨਾਂ ਨੂੰ ਡਾਊਟ ਕਲਾਸ ਵਿੱਚ ਜ਼ਰੂਰ ਡਿਸਕਸ ਕਰ ਲਈਏ। ਥੈਂਕ ਯੂ ਵੈਰੀ ਮੱਚ।